ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਾ ਸਦਾ ਨਮਸਕਾਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਨ, ਪਰਤਾਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਨ, ਪਰਤਾਖ ਗੁਰੂ ਨਿਸਤਾਰੇ। ਪਰਮ ਸਨਮਾਨਯੋਗ ਗੁਰਤਾ ਗੱਦੀ ਤੇ ਸੁਭਾਈਮਾਨ ਚਾਵਰ ਸ਼ਾਤਰ ਤਖਤ ਜੀ ਦੇ ਮਾਲਕ, ਯਹਰਾਜ ਹੂਰ ਹਾਜਰਾ ਹਜੂਰ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਤਿਗੁਰਾਂ ਦੇ ਦਾਰੋਂ ਘਰੋਂ ਵਰਸਾਏ ਹੋਏ ਮਹਾਨ ਮਹਾਂਪੁਰਖ ਅਮਰ ਸ਼ਹੀਦ ਧੰਨ ਧੰਨ ਬਾਬਾ ਵੀਰ ਸਿੰਘ ਜੀ ਅਤੇ ਉਹਨਾਂ ਦੇ ਦਰ ਘਰ ਦੇ ਸੇਵਾਦਾਰ ਮਹਾਂਪੁਰਖ ਸਤਿਕਾਰਯੋਗ ਬਾਬਾ ਇੰਦਰ ਸਿੰਘ ਜੀ ਅਤੇ ਸਤਿਕਾਰਯੋਗ ਬਾਬਾ ਰੇਸ਼ਮ ਸਿੰਘ ਜੀ, ਤਿਨਾਂ ਦੀ ਯਾਦ ਨੂੰ ਸਮਰਪਿਤ ਇਹ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਭਾਵਨਾ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਅੱਜ ਪਹਿਲੇ ਦਿਨ ਦੇ ਗੁਰਮਤਿ ਸਮਾਗਮ ਦੀਵਾਨ ਪ੍ਰਾਰੰਭ ਹੋਏ ਨੇ। ਦਾਸ ਤੋਂ ਪਹਿਲਾਂ ਆਪ ਜੀ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਤਿਨਾਂ ਦੇ ਜਥੇ ਪਾਸੋਂ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਕਿਨਕਾ ਏਕ ਜਿਸ ਜੀ ਬਸਾਵੈ, ਤਾ ਕੀ ਮਹਿਮਾ ਗਨੀ ਨ ਆਵੈ। ਇੱਕ ਕਿਨਕਾ ਵੀ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦਾ ਜਸ ਜਿਸ ਜੀਵ ਨੇ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ, ਉਹਦੀ ਮਹਿਮਾ ਗਿਣਤੀ ਵਿੱਚ ਨਹੀਂ ਆਉਂਦੀ। ਸੋ ਇਹ ਪਾਵਨ ਸ਼ਬਦ ਆਪਾਂ ਨੂੰ ਸਰਵਣ ਕਰਵਾਇਆ ਹੈ। ਆਓ ਦਾਸ ਨੂੰ ਕੁਝ ਸਮਾਂ ਆਪ ਜੀ ਦੇ ਦਰਸ਼ਨ ਕਰਨ ਦਾ ਪ੍ਰਾਪਤ ਹੋਇਆ ਹੈ। ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਗੱਜ ਕਰਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਬਾਣੀ ਦਾ ਬੋਲ ਹੈ, ਗੁਰ ਮੰਤਰ ਹੀ ਨਸ ਜੋ ਪ੍ਰਾਣੀ,
ਤਿਰਗੰਤ ਜਨਮ ਭ੍ਰਸ਼ਟ ਨ ਹੈ, ਕੂਕਰ ਹੈ ਸੂਕਰ ਹੈ, ਗਰਦ ਬਹਿ ਕਾਕ ਹੈ, ਸਰਪ ਨ ਹੈ ਤੁਲ ਖਲ ਹੈ। ਇਸ ਸ਼ਬਦ ਦੀ ਆਪਾਂ ਆਪਣੇ ਸਮੇਂ ਅੰਦਰ ਵਿਚਾਰ ਸਰਵਣ ਕਰਾਂਗੇ। ਇਕਾਗਰਤਾ ਬਣਾਇਓ ਤਾਂ ਕਿ ਇੱਕ ਇੱਕ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਸਕੀਏ। ਇਹ ਪਾਵਨ ਸ਼ਬਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੰਸਕ੍ਰਿਤੀ ਦੀ ਪਾਵਨ ਬਾਣੀ ਅੰਦਰ ਦਰਜ ਹੈ। ਇਸ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਗੁਰੂ ਮੰਤਰ ਤੋਂ, ਗੁਰੂ ਉਪਦੇਸ਼ ਤੋਂ ਹੀਣਿਆਂ ਦਾ ਜ਼ਿਕਰ ਕੀਤਾ ਹੈ ਕਿ ਜੇ ਗੁਰੂ ਦਾ ਉਪਦੇਸ਼ ਨਹੀਂ ਕਮਾਇਆ ਤਾਂ ਜੀਵਨ ਜਿਹੜਾ ਉਹ ਵਿਅਰਥ ਹੈ। ਅੱਜ ਆਪਾਂ ਉਹਨਾਂ ਦੀ ਯਾਦ ਵਿੱਚ ਜੁੜੇ ਆ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਕਮਾਇਆ ਤੇ ਆਪਣਾ ਜੀਵਨ ਗੁਰੂ ਲੇਖੇ ਲਾਇਆ। ਦੋਵੇਂ ਪਾਖੀ ਆਪਣੇ ਸਾਹਮਣੇ ਆ ਜਾਣੇ ਨੇ। ਸਤਿਗੁਰੂ ਜੀ ਫਰਮਾਉਂਦੇ ਨੇ, ਗੁਰ ਮੰਤਰ ਹੀ ਨਸ ਜੋ ਪ੍ਰਾਣੀ। ਗੁਰ ਮੰਤਰ ਦਾ ਅਰਥ ਗੁਰੂ ਉਪਦੇਸ਼, ਵਾਹਿਗੁਰੂ ਮੰਤਰ। ਕਿਉਂਕਿ ਵਾਹਿਗੁਰੂ ਨੂੰ ਵੀ ਭਾਈ ਗੁਰਦਾਸ ਜੀ ਲਿਖਦੇ ਨੇ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਹੋਈ। ਭਾਈ ਗੁਰਦਾਸ ਜੀ ਲਿਖਦੇ ਨੇ, ਕਲ ਯੁਗ ਬਾਬੇ ਤਾਰਿਆ, ਸਤ ਨਾਮ ਪੜ੍ਹ ਮੰਤਰ ਸੁਨਾਇਆ। ਮੂਲ ਮੰਤਰ ਤੇ ਗੁਰ ਮੰਤਰ ਦੋ ਬਖਸ਼ਿਸ਼ਾਂ ਸਤਿਗੁਰਾਂ ਨੇ ਸਾਨੂੰ ਕੀਤੀਆਂ ਨੇ। ਪਹਿਲਾ ਅਰਥ ਇਹ ਹੈ ਤੇ ਦੂਜਾ ਮੰਤਰ ਦਾ ਅਰਥ ਉਪਦੇਸ਼ ਹੈ। ਤੀਜਾ ਮੰਤਰ ਦਾ ਅਰਥ ਵਿਦਵਾਨਾਂ ਨੇ ਸਲਾਹ ਵੀ ਕੀਤਾ ਹੈ। ਸਲਾਹ ਕਰਨੀ ਉਹਨੂੰ ਵੀ ਮੰਤਰ ਕਿਹਾ ਜਾਂਦਾ। ਧਿਆਨ ਦੇਣ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਹੜਾ ਜੀਵ ਗੁਰੂ ਦੇ ਮੰਤਰ ਤੋਂ, ਗੁਰੂ ਦੇ ਉਪਦੇਸ਼ ਤੋਂ ਹੀ ਨਸ ਦਾ ਅਰਥ ਹੁੰਦਾ ਖਾਲੀ ਹੈ, ਹੀਣਾ ਹੈ, ਖਾਲੀ ਹੈ। ਤਿਰਗੰਤ ਜਨਮ ਭ੍ਰਸ਼ਟ ਨ ਹੈ, ਉਹਦਾ ਜਨਮ ਜਿਹੜਾ ਹੈ ਉਹ ਤਿਰਕਾਰ ਜੋਗ ਹੈ ਤੇ ਉਹਨੇ ਆਪਣਾ ਜੀਵਨ ਸਾਰਾ ਭ੍ਰਸ਼ਟ ਕਰ ਲਿਆ ਹੈ, ਵਿਅਰਥਾ ਗਵਾ ਲਿਆ। ਫਿਰ ਸਤਿਗੁਰੂ ਜੀ ਫਰਮਾਉਂਦੇ ਨੇ, ਕੂਕਰ ਹੈ ਸੂਕਰ ਹੈ। ਉਹ ਮਨੁੱਖ ਕੈਸਾ ਹੈ ਜਿਹੜਾ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ। ਮਹਾਰਾਜ ਕਹਿੰਦੇ ਨੇ, ਕੂਕਰ ਦਾ ਅਰਥ ਹੈ ਕੂਕਰ, ਜਿਹਨੂੰ ਆਪਾਂ ਕੁੱਤਾ ਕਹਿੰਦੇ ਆ, ਉਹ ਕੂਕਰ ਹੈ, ਕੁੱਤੇ ਦੇ ਤੁੱਲ ਹੈ। ਧਿਆਨ ਦੇਣਾ। ਸੂਕਰ ਹੈ, ਉਹ ਸੂਰ ਦੇ ਬਰਾਬਰ ਹੈ। ਭੋਗ ਦੇ ਸਲੋਕਾਂ ਅੰਦਰ ਵੀ ਅਸੀਂ ਧੰਨ ਗੁਰੂ ਤੇਗ ਬਹਾਦਰ ਜੀ ਦਾ ਬਚਨ ਪੜ੍ਹਦੇ ਹਾਂ, ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੀ ਤਨ। ਉੱਥੇ ਵੀ ਮਹਾਰਾਜ ਕਹਿੰਦੇ, ਇੱਕ ਭਗਵਾਨ ਦੀ, ਵਾਹਿਗੁਰੂ ਦੀ ਭਗਤੀ ਜਿਸ ਪ੍ਰਾਣੀ ਦੇ ਮਨ ਵਿੱਚ ਵਸੀ ਨਹੀਂ, ਕਹਿੰਦੇ ਜਿਵੇਂ ਇੱਕ ਕੁੱਤੇ ਦਾ ਸਰੀਰ ਹੈ, ਸੂਰ ਦਾ ਸਰੀਰ ਹੈ, ਉਸ ਤਰ੍ਹਾਂ ਦਾ ਸਰੀਰ ਉਸ ਜੀਵ ਦਾ ਮੰਨ ਲਓ, ਉਹਨੇ ਕੁਝ ਵੀ ਲਾਭ ਜਿਹੜਾ ਉਹ ਪ੍ਰਾਪਤ ਨਹੀਂ ਕੀਤਾ। ਉਹ ਕੂਕਰ ਦੇ ਬਰਾਬਰ ਹੈ, ਉਹ ਸੂਰ ਦੇ ਤੁੱਲ ਹੈ। ਗਰਦ ਬਹਿ ਦਾ ਅਰਥ ਗਧਾ, ਖੋਤਾ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ, ਉਹ ਗਧੇ ਦੇ ਖੋਤੇ ਦੇ ਤੁੱਲ ਹੈ। ਕਾਕਹ ਦਾ ਅਰਥ ਹੈ ਕਾਂ, ਕਾਂ ਦੇ ਬਰਾਬਰ ਹੈ। ਸਰਪਣ ਹੈ, ਸਰਪਣ ਦਾ ਅਰਥ ਹੈ ਸੱਪ ਦੇ ਬਰਾਬਰ। ਤੁੱਲ ਖਲਹੇ, ਖਲਹੇ ਦਾ ਅਰਥ ਮੂਰਖ। ਉਹ ਮੂਰਖ ਜੀਵ ਜਿਹੜਾ ਗੁਰੂ ਦੇ ਮੰਤਰ ਤੋਂ, ਉਪਦੇਸ਼ ਤੋਂ ਹੀਣਾ ਹੈ, ਕਹਿੰਦੇ ਉਹ ਇਹਨਾਂ ਜਾਨਵਰਾਂ ਦੇ, ਇਹਨਾਂ ਪਸ਼ੂ ਪੰਛੀਆਂ ਦੇ ਤੁੱਲ ਹੈ। ਪਰ ਜੇ ਗੁਰਬਾਣੀ ਨੂੰ ਹੋਰ ਗਹਿਰਾਈ ਨਾਲ ਵੇਖਿਆ ਜਾਵੇ ਤੇ ਇਹਨਾਂ ਨੂੰ ਵੀ ਨਿਖਿੱਧ ਕਿਹਾ ਬਾਣੀ ਨੇ। ਉਹ ਇਹਨਾਂ ਦੇ ਤੁੱਲ ਵੀ ਨਹੀਂ। ਕਈ ਥਾਵਾਂ ਤੇ ਮਹਾਰਾਜ ਕਹਿੰਦੇ ਨੇ ਇਹ ਪਸ਼ੂ ਪੰਛੀ ਵੀ ਉਹਦੇ ਨਾਲੋਂ ਚੰਗੇ ਨੇ,
ਜਿਹੜਾ ਜੀਵ ਰੱਬ ਦੀ ਬੰਦਗੀ ਨਹੀਂ ਕਰਦਾ, ਸਾਰਿਆਂ ਵਾਸਤੇ ਸ਼ਬਦ ਨਹੀਂ ਗਾ, ਉਹਨਾਂ ਵਾਸਤੇ ਜਿਹੜਾ ਰੱਬ ਦੇ ਮੰਤਰ ਤੋਂ, ਉਪਦੇਸ਼ ਤੋਂ, ਸਿਮਰਨ ਤੋਂ ਖਾਲੀ ਹੈ। ਹੁਣ ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਪਸ਼ੂਆਂ ਨੂੰ ਸਤਿਗੁਰਾਂ ਨੇ ਵਡਿਆਈ ਵੀ ਦਿੱਤੀ ਹੈ, ਜਾਨਵਰਾਂ ਨੂੰ, ਪਸ਼ੂਆਂ ਨੂੰ। ਬਾਰੇ ਕਹਿੰਦੇ ਪਸ਼ੂ ਮਿਲਹਿ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹਿ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ, ਕਰਮ ਕਰੇਹਿ। ਕਹਿੰਦੇ ਪਸ਼ੂਆਂ ਨੂੰ ਵੀ ਚੰਗਾ ਆਖਿਆ ਜਾਂਦਾ ਹੈ, ਜਿਹੜੇ ਖੜ, ਸੁੱਕੇ ਟਾਂਡੇ, ਸੁੱਕੀ ਤੂੜੀ ਖਾ ਕਰਕੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ। ਪਰ ਕਹਿੰਦੇ ਨਾਮ ਤੋਂ ਹੀਣੇ ਲੋਕ ਤਾਂ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਗੰਦਗੀ ਨੂੰ ਹੀ ਪੈਦਾ ਕਰਦੇ ਨੇ। ਉਹਨਾਂ ਦੇ ਕਰਮਾਂ ਨੂੰ ਲਾਹਣਤਾਂ ਹੀ ਪੈਂਦੀਆਂ। ਇੱਕ ਥਾਂ ਤੇ ਮਹਾਰਾਜ ਕਹਿੰਦੇ ਨੇ, ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਤਿਸਹਿ ਨਾ ਬੂਝੈ ਜਿਨ ਇਹ ਸ੍ਰੀ। ਕਹਿੰਦੇ ਇਹ ਦੇਹ ਮਨੁੱਖਾ ਦੇਹ ਹੀ ਜਿਹੜੀ ਪਸ਼ੂਆਂ, ਪ੍ਰੇਤਾਂ ਤੇ ਮੁਗਧਾਂ, ਮੂਰਖਾਂ ਨਾਲੋਂ ਵੀ ਭੈੜੀ ਹੈ। ਤਿਸਹਿ ਨਾ ਬੂਝੈ, ਜੇ ਉਸ ਨੂੰ ਨਹੀਂ ਸਮਝਦੀ ਜਿਨਨੇ ਇਹ ਸ੍ਰੀ ਬਣਾਈ ਹੈ, ਭਾਵ ਕਿ ਸਿਰਜੀ ਹੈ ਇਹ ਦੇਹ, ਜੇ ਉਹਨੂੰ ਨਹੀਂ ਸਮਝਿਆ ਤੇ ਪਸ਼ੂਆਂ, ਪ੍ਰੇਤਾਂ ਤੇ ਮੂਰਖਾਂ ਨਾਲੋਂ ਵੀ ਇਹ ਗਈ ਗੁਜ਼ਰੀ ਹੈ ਦੇਹ। ਹੁਣ ਗੁਰਬਾਣੀ ਦੇ ਵਿੱਚ ਜਦੋਂ ਕੂਕਰ ਦੀ ਗੱਲ ਆਉਂਦੀ ਹੈ ਤੇ ਕੁੱਤੇ ਵਿੱਚ ਵੀ ਗੁਣ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਕੂਕਰ ਤੋਂ ਸਿੱਖਿਆ ਲੈਣ ਵਾਸਤੇ ਵੀ ਉਪਦੇਸ਼ ਦਿੱਤਾ ਹੈ। ਦੋ ਤਰ੍ਹਾਂ ਦੇ ਕੂਕਰ ਨੇ। ਇੱਕ ਵਫਾਦਾਰ ਕੂਕਰ ਹੁੰਦਾ ਹੈ, ਜਿਹੜਾ ਕਿਸੇ ਨੇ ਘਰ ਵਿੱਚ ਰੱਖਿਆ ਹੋਇਆ ਹੈ। ਇੱਕ ਅਵਾਰਾ ਕੁੱਤਾ ਹੁੰਦਾ ਹੈ, ਪਰ ਦੋਨਾਂ ਵਿੱਚ ਅੰਤਰ ਹੈ। ਇੱਕ ਕੂਕਰ ਤੋਂ, ਇੱਕ ਕੁੱਤੇ ਤੋਂ ਸਾਨੂੰ ਸਿੱਖਿਆ ਲੈਣ ਵਾਸਤੇ ਮਹਾਰਾਜ ਨੇ ਕਿਹਾ, ਤੇ ਇੱਕ ਕੂਕਰ ਦੇ ਨਾਲ, ਕੁੱਤੇ ਦੇ ਨਾਲ ਉਹਨਾਂ ਦੀ ਤੁਲਨਾ ਦਿੱਤੀ ਹੈ ਜਿਹੜੇ ਲੋਕ ਗੁਰੂ ਨੂੰ ਛੱਡ ਕਰਕੇ ਥਾਂ ਥਾਂ ਤੁਰੇ ਫਿਰਦੇ। ਧਿਆਨ ਦੇਣਾ, ਸ਼ਬਦ ਮੇਰੇ ਨਹੀਂ ਗੇ, ਮੈਂ ਸੁਣਾਉਣ ਵਾਲਾ ਹੈ। ਪੰਗਤੀਆਂ ਤੁਹਾਨੂੰ ਤੁਹਾਡੇ ਸਨਮੁਖ ਰੱਖਾਂਗਾ, ਇੱਕ ਵੀ ਬਚਨ ਗੁਰਬਾਣੀ ਤੋਂ ਬਾਹਰ ਨਹੀਂ ਹੋਵੇਗਾ, ਕਿਉਂਕਿ ਸਮਾਂ ਵੀ ਸੀਮਤ ਹੈ ਤੇ ਮੈਂ ਕੇਵਲ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਹੀ ਤੁਹਾਡੇ ਸਨਮੁਖ ਰੱਖਣਾ। ਹੁਣ ਜਦੋਂ ਅਸੀਂ ਭੋਗ ਦੇ ਸ਼ਲੋਕ ਪੜ੍ਹਦੇ ਹਾਂ ਤੇ ਪਾਤਸ਼ਾਹ ਕਹਿੰਦੇ ਨੇ, ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਆਣ ਤਜਤ ਨਹੀਂ ਨਿਤ। ਸੁਆਮੀ ਦਾ ਅਰਥ ਮਾਲਕ, ਗ੍ਰਹਿ ਦਾ ਅਰਥ ਹੈ ਘਰ, ਸੁਆਣ ਦਾ ਅਰਥ ਹੈ ਕੁੱਤਾ। ਮਹਾਰਾਜ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ, ਜਿਵੇਂ ਆਪਣੇ ਮਾਲਕ ਦਾ ਘਰ ਜਿਹੜਾ ਕੁੱਤਾ ਹੈ, ਸੁਆਣ ਤਜਤ ਨਹੀਂ ਨਿਤ, ਉਹ ਨਿਤ ਛੱਡਦਾ ਨਹੀਂ, ਕਦੇ ਵੀ ਉਹ ਘਰ ਛੱਡ ਕਰਕੇ ਜਾਂਦਾ ਨਹੀਂ। ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਮਹਾਰਾਜ ਕਹਿੰਦੇ ਇਸ ਤਰ੍ਹਾਂ ਉਸ ਕੁੱਤੇ ਦੀ ਤਰ੍ਹਾਂ ਆਪਣੇ ਮਾਲਕ ਦਾ ਵਫਾਦਾਰ ਬਣ ਕਰਕੇ ਆਪਣੇ ਮਾਲਕ ਵਾਹਿਗੁਰੂ ਦਾ ਭਜਨ ਕਰ, ਇੱਕ ਮਨ ਹੋ ਕਰਕੇ, ਇੱਕ ਚਿੱਤ ਹੋ ਕਰਕੇ ਉਸ ਨੂੰ ਜਪਣਾ ਕਰ। ਜਿਵੇਂ ਇੱਕ ਕੁੱਤਾ ਆਪਣੇ ਮਾਲਕ ਦੇ ਘਰੋਂ ਛਕਦਾ ਹੈ, ਪਰ ਉਹ ਆਪਣੇ ਮਾਲਕ ਦਾ ਘਰ ਕਦੇ ਛੱਡਦਾ ਨਹੀਂ, ਇਸੇ ਤਰ੍ਹਾਂ ਤੂੰ ਵੀ ਆਪਣੇ ਮਾਲਕ ਦਾ ਛਕਦਾ ਹੈ ਤੇ ਆਪਣੇ ਮਾਲਕ ਦਾ ਦਰ ਛੱਡ ਕੇ ਨਾ ਜਾ, ਉਹਦਾ ਭਜਨ ਕਰ, ਉਹਦੇ ਵਾਂਗੂ ਵਫਾਦਾਰੀ ਨਿਭਾ। ਇਤਿਹਾਸਕਾਰ ਇੱਕ ਬਚਨ ਲਿਖਦੇ ਨੇ, ਬੁੱਲੇ ਸ਼ਾਹ ਇੱਕ ਫਕੀਰ ਹੋਇਆ, ਰੱਬ ਦਾ ਪਿਆਰਾ, ਬੰਦਗੀਵਾਨ ਸੀ, ਸੂਫੀ ਸੰਤ ਸੀ, ਉਹ ਕਵੀ ਵੀ ਸੀ। ਉਹਨੇ ਬੜੀਆਂ ਸੁੰਦਰ ਕਵਿਤਾਵਾਂ ਵੀ ਲਿਖੀਆਂ। ਅੱਜ ਵੀ ਬੁੱਲੇ ਸ਼ਾਹ ਜੀ ਦੀਆਂ ਕਵਿਤਾਵਾਂ ਸਾਡੇ ਢਾਡੀ ਵੀਰ, ਕਵੀਸ਼ਰ ਵੀਰ ਵੀ ਕਈ ਵਾਰ ਪੜ੍ਹਦੇ ਹੁੰਦੇ ਆ। ਉੱਥੇ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਬੁੱਲੇ ਸ਼ਾਹ ਆਪਣੇ ਗੁਰੂ ਨਾਲ ਕਿਸੇ ਗੱਲੋਂ ਨਾਰਾਜ਼ ਹੋ ਗਿਆ। ਨਾਰਾਜ਼ਗੀ ਹੋ ਗਈ ਤੇ ਆਪਣੇ ਗੁਰੂ ਦਾ ਦਰ ਛੱਡ ਕਰਕੇ, ਝਗੜਾ ਕਰਕੇ ਤੇ ਵਾਪਸ ਆ ਗਿਆ। ਬੁੱਲੇ ਸ਼ਾਹ ਦਾ ਗੁਰੂ ਸੀ ਇਨਾਇਤ ਸ਼ਾਹ। ਕਹਿੰਦੇ ਆਪਣੇ ਗੁਰੂ ਨੂੰ ਛੱਡ ਕਰਕੇ ਆ ਗਿਆ ਤੇ ਜਦੋਂ ਪਿੰਡ ਵਿੱਚ ਆਇਆ ਨਾ ਤੇ ਕੀ ਦੇਖਦਾ ਹੈ ਕਿ ਇੱਕ ਘਰ ਦਾ ਮਾਲਕ ਇੱਕ ਕੂਕਰ ਨੂੰ, ਇੱਕ ਕੁੱਤੇ ਨੂੰ ਆਪਣੇ ਘਰੋਂ ਕੁੱਟ-ਕੁੱਟ ਕੇ ਬਾਹਰ ਕੱਢ ਰਿਹਾ, ਪਰ ਕੁੱਤਾ ਫਿਰ ਵੀ ਉਹਦੇ ਪੈਰ ਚੁੰਮਦਾ ਤੇ ਉਹਦੇ ਪੈਰਾਂ 'ਚ ਵਾਰ-ਵਾਰ ਬੈਠਦਾ, ਉਹ ਛੱਡ ਕੇ ਨਹੀਂ ਜਾ ਰਿਹਾ। ਬੁੱਲੇ ਸ਼ਾਹ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤੇ ਮਨ ਤੇ ਬੜੀ ਚੋਟ ਲੱਗੀ
ਤੇ ਸੋਚਿਆ ਮਣਾ ਤੇਰੇ ਨਾਲੋਂ ਤੇ ਕੁੱਤਾ ਚੰਗਾ, ਵੇਖ ਮਾਲਕ ਉਹਦਾ ਉਹਨੂੰ ਕੁੱਟ-ਕੁੱਟ ਕੇ ਬਾਹਰ ਕੱਢ ਰਿਹਾ ਤੇ ਫਿਰ ਵੀ ਆਪਣੇ ਮਾਲਕ ਦਾ ਦਰ ਨਹੀਂ ਛੱਡ ਕੇ ਜਾ ਰਿਹਾ। ਤੂੰ ਇੱਕ ਇਨਸਾਨ ਹੁੰਦਿਆਂ ਹੋਇਆ ਤੈਨੂੰ ਸੋਝੀ ਵੀ ਹੈਗੀ ਹੈ ਤੇ ਤੂੰ ਮਾੜੀ ਜੀ ਗੱਲੋਂ ਆਪਣੇ ਗੁਰੂ ਦਾ ਦਰ ਛੱਡ ਕੇ ਆ ਗਏ। ਉੱਥੋਂ ਹੀ ਬੁੱਲੇ ਸ਼ਾਹ ਮੁੜ ਪਿਆ, ਆਪਣੇ ਗੁਰੂ ਦੇ ਚਰਨਾਂ ਵਿੱਚ ਗਿਆ ਤੇ ਮੁੜਦਿਆਂ ਹੋਇਆਂ ਤੁਰੇ ਜਾਂਦੇ ਨੇ ਇੱਕ ਕਵਿਤਾ ਰਚ ਦਿੱਤੀ। ਉਹ ਅੱਜ ਵੀ ਲਿਖਤ ਵਿੱਚ ਮਿਲਦੀ ਹੈ। ਉਸ ਵੇਲੇ ਬੁੱਲੇ ਸ਼ਾਹ ਨੇ ਆਖਿਆ, ਰਾਤੀ ਜਾਗੇ ਸ਼ੇਖ ਸਦਾਵੇਂ, ਰਾਤੀ ਜਾਗਣ ਕੁੱਤੇ ਤੈ ਕੁਨ ਉੱਤੇ। ਤੂੰ ਰਾਤ ਜਾਗਦਾ ਤੇ ਆਪਣੇ ਆਪ ਨੂੰ ਸ਼ੇਖ ਵੱਡਾ ਖਵਾਉਣਾ ਹੈ। ਰਾਤ ਨੂੰ ਤਾਂ ਕੁੱਤੇ ਵੀ ਜਾਗਦੇ, ਉਹ ਤੇਰੇ ਨਾਲੋਂ ਅੱਗੇ ਨੇ। ਰਾਤੀ ਜਾਗੇ ਸ਼ੇਖ ਸਦਾਵੇਂ, ਰਾਤੀ ਜਾਗਣ ਕੁੱਤੇ ਤੈ ਕੁਨ ਉੱਤੇ। ਮਾਲਕ ਦਾ ਦਰ ਕਦੇ ਨਾ ਛੋਡਣ, ਚਾਹੇ ਸੈ ਵਰਿਆ ਪਿਆ ਕੁੱਟੇ ਤੈ ਕੁਨ ਉੱਤੇ। ਉਹ ਆਪਣੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ, ਭਾਵੇਂ 100 ਵਾਰ ਉਹਨਾਂ ਨੂੰ ਕੁੱਟੇ, ਮਾਰ ਮਾਰ ਕੇ ਬਾਹਰ ਕੱਢੇ, ਤੇਰੇ ਨਾਲੋਂ ਅੱਗੇ ਲੰਘ ਗਏ। ਸਾਰੀ ਰਾਤ ਉਹ ਪਹਿਰਾ ਦੇਵਨ, ਦੇਹਾ ਵੰਝ ਅਰੂੜੀ ਤੇ ਸੁੱਤੇ। ਸਾਰੀ ਰਾਤ ਉਹ ਮਾਲਕ ਦੇ ਘਰ ਜਾ ਕਰਕੇ ਪਹਿਰਾ ਦਿੰਦੇ, ਰਖਵਾਲੀ ਕਰਦੇ ਨੇ ਤੇ ਦਿਨੇ ਰੂੜੀ ਤੇ ਲੰਮੇ ਪਏ ਰਹਿੰਦੇ ਨੇ। ਸਾਰੀ ਰਾਤ ਉਹ ਪਹਿਰਾ ਦੇਵਨ, ਦੇਹਾ ਵੰਝ ਅਰੂੜੀ ਤੇ ਸੁੱਤੇ। ਬੁੱਲੇ ਸ਼ਾਹ ਹੁਣ ਮੁਰਸ਼ਿਦ ਮਨਾ ਘਿਣ, ਨਹੀਂ ਤਾਂ ਬਾਜੀ ਲੈਂਦੇ ਕੁੱਤੇ ਤੈ ਕੁਨ ਉੱਤੇ। ਬੁੱਲੇ ਸ਼ਾਹ ਤੂੰ ਵੀ ਆਪਣੇ ਗੁਰੂ ਨੂੰ ਮਨਾ ਲਾ, ਨਹੀਂ ਤਾਂ ਕੁੱਤਾ ਤੇਰੇ ਨਾਲੋਂ ਅੱਗੇ ਲੰਘ ਗਿਆ, ਕੁੱਤੇ ਤੇਰੇ ਨਾਲੋਂ ਅੱਗੇ ਲੰਘ ਗਏ ਜਿਹੜਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਪਿਆ। ਵਫਾਦਾਰੀ ਦਾ ਗੁਣ ਕੂਕਰ ਦੇ ਕੋਲੋਂ ਲੈ ਲੈ, ਤੇਰੇ ਨਾਲੋਂ ਤੇ ਕੂਕਰ ਵੀ ਚੰਗਾ ਹੈ ਜੇ ਉਹ ਵਫਾਦਾਰੀ ਨਿਭਾਉਂਦਾ। ਮੈਨੂੰ ਇੱਥੇ ਇੱਕ ਬਚਨ ਚੇਤੇ ਆ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਦੋਂ ਪ੍ਰਕਾਸ਼ ਦੀ ਕਥਾ ਪੜ੍ਹਦੇ ਆ ਨਾ, ਤੇ ਜ਼ਿਕਰ ਮਿਲਦਾ ਹੈ ਕਿ ਸਤਿਗੁਰੂ ਜੀ ਜਦੋਂ ਅਜੇ ਛੋਟੀ ਉਮਰ ਵਿੱਚ ਸਨ ਤੇ ਸਤਿਗੁਰਾਂ ਦੇ ਤਾਇਆ ਜੀ ਬਾਬਾ ਪ੍ਰਿਥੀ ਚੰਦ ਨੇ ਬੜਾ ਵਿਰੋਧ ਕੀਤਾ। ਇਤਿਹਾਸਕਾਰਾਂ ਦੀ ਲਿਖਤ ਮੁਤਾਬਕ 4 ਹਮਲੇ ਗੁਰੂ ਹਰਗੋਬਿੰਦ ਸਾਹਿਬ ਤੇ ਬਚਪਨ ਦੇ ਵਿੱਚ ਕੀਤੇ। ਇੱਕ ਹਮਲਾ 40 ਦਿਨਾਂ ਦੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਦੀ, ਉਦੋਂ ਦਾਈ ਸੋਭੀ ਨਾਮ ਦੀ ਦਾਈ ਨੂੰ ਉਹਦੇ ਅਸਥਨਾਂ ਨੂੰ ਜ਼ਹਿਰ ਲਾ ਕਰਕੇ ਭੇਜਿਆ ਕਿ ਤੂੰ ਇਹ ਜ਼ਹਿਰ ਵਾਲਾ ਅਸਥਨ ਉਹਦੇ ਮੁੱਖ ਵਿੱਚ ਪਾ ਕੇ ਮਾਰ ਦੇਵੀਂ। 500 ਰੁਪਈਆ ਪਹਿਲਾਂ ਦਿੱਤਾ ਤੇ ਬਾਕੀ ਤੈਨੂੰ ਹੋਰ ਵੀ ਇਨਾਮ ਦੇਵਾਂਗੇ। ਉਦੋਂ 500 ਰੁਪਈਏ ਦੀ ਬੜੀ ਕੀਮਤ ਸੀ, ਧਿਆਨ ਦੇਣਾ। ਉਹ ਪਹਿਲਾ ਹਮਲਾ ਕੀਤਾ, ਦਾਈ ਵੀ ਸਤਿਗੁਰਾਂ ਦੇ ਹੱਥੋਂ ਮਾਰੀ ਗਈ। ਇੱਕ ਹਮਲਾ ਉਹਦੇ 'ਚ ਕੀਤਾ ਗਿਆ, 2 ਸਾਲ ਦੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਦੀ, ਇੱਕ ਜ਼ਹਿਰੀਲਾ ਨਾਗ ਛੱਡਿਆ, ਮਹਾਰਾਜ ਨੇ ਉਹ ਵੀ ਮਾਰ ਦਿੱਤਾ। ਇੱਕ ਹਮਲਾ ਕੀਤਾ, ਸਤਿਗੁਰਾਂ ਦੇ ਨਾਲ ਖੇਡਣ ਵਾਲਾ ਇੱਕ ਬਾਲਕ ਸੀ ਜਿਹਦਾ ਨਾਂ ਸੀ ਰਾਮਾ, ਉਹਨੂੰ ਮਠਿਆਈ ਦਿੱਤੀ ਜ਼ਹਿਰ ਵਾਲੀ। ਇੱਕ ਜੇਬ ਵਿੱਚ ਜ਼ਹਿਰ ਵਾਲੀ ਮਠਿਆਈ ਪਾ ਦਿੱਤੀ, ਇੱਕ 'ਚ ਦੂਜੀ, ਤੇ ਉਹਨੂੰ ਕਿਹਾ ਕਿ ਜ਼ਹਿਰ ਵਾਲੀ ਹਰਗੋਬਿੰਦ ਨੂੰ ਦੇ ਦੇਵੀਂ ਤੇ ਦੂਜੀ ਤੂੰ ਆਪ ਖਾ ਲਵੇ। ਪਰ ਖੇਡ ਐਸੀ ਵਰਤੀ, ਜ਼ਹਿਰ ਵਾਲੀ ਉਹ ਆਪ ਖਾ ਗਿਆ ਤੇ ਦੂਜੀ ਮਹਾਰਾਜ ਨੂੰ ਛਕਾ ਦਿੱਤੀ, ਉਹਦੀ ਮੌਤ ਹੋ ਗਈ। ਤੇ ਇੱਕ ਹਮਲਾ ਇਹ ਕੀਤਾ ਸੀ ਕਿ ਜਿਹੜਾ ਪੰਡਤ ਸਤਿਗੁਰਾਂ ਨੂੰ ਖਿਡਾਉਂਦਾ ਸੀ, ਖਿਡਾਵਾ ਸੀ, ਬ੍ਰਾਹਮਣ, ਉਸ ਨੂੰ ਲਾਲਚ ਦੇ ਕਰਕੇ ਤੇ ਗੁਰਮੁਖੋ ਦਹੀਂ ਵਿੱਚ ਜ਼ਹਿਰ ਪਾ ਕਰਕੇ ਖਵਾਉਣ ਵਾਸਤੇ ਭੇਜਿਆ। ਉਹ ਪੰਡਤ ਆਪਣੀ ਪੱਗ ਵਿੱਚ ਜ਼ਹਿਰ ਦੀ ਪੁੜੀ ਅੜਾ ਕੇ ਲਿਆਇਆ, 6ਵੇਂ ਪਾਤਸ਼ਾਹ ਨੂੰ ਦਹੀਂ ਖਵਾਉਣ ਲੱਗਾ ਤੇ ਜ਼ਹਿਰ ਵਿੱਚ ਘੋਲ ਦਿੱਤਾ ਹੈ। ਮਹਾਰਾਜ ਨੇ ਸੋਚਿਆ ਵੀ ਸ਼ਕਤੀ ਦਿਖਾਉਣੀ ਠੀਕ ਨਹੀਂ, ਹੁਣ ਤਾਂ ਆਮ ਬੱਚਿਆਂ ਵਾਂਗੂ ਮਾਂ ਬਾਪ ਨੂੰ ਪੁਕਾਰਨਾ ਚਾਹੀਦਾ। ਉੱਚੀ ਸਾਰੀ ਚੀਕ ਮਾਰੀ। ਜਦੋਂ ਚੀਕ ਮਾਰੀ, ਮਾਤਾ ਗੰਗਾ ਜੀ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਕਿਉਂਕਿ 2-3 ਹਮਲੇ ਤੇ ਪਹਿਲਾਂ ਹੋ ਚੁੱਕੇ ਤੇ ਪਹਿਲਾਂ ਹੀ ਬੜੇ ਚਿਰ ਬਾਅਦ ਮਹਾਰਾਜ ਦਾ ਅਵਤਾਰ ਹੋਇਆ, 5-6 ਸਾਲਾਂ ਬਾਅਦ। ਧਿਆਨ ਦੇਣਾ, ਉਸੇ ਵੇਲੇ ਹੀ ਮਾਤਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਸੱਦਣ ਵਾਸਤੇ 2 ਸਿੱਖ ਭੇਜ ਦਿੱਤੇ
ਉਧਰੋਂ ਸੇਵਾਦਾਰਾਂ ਨੂੰ ਆਖਿਆ ਕਿ ਛੇਤੀ ਨਾਲ ਲੱਭੋ, ਸਾਹਿਬਜ਼ਾਦਾ ਕਿੱਥੇ। ਇਸ ਤਰ੍ਹਾਂ ਦੀ ਚੀਕ ਤਾਂ ਉਹਨੇ ਕਦੀ ਮਾਰੀ ਨਹੀਂ ਜਿਸ ਤਰ੍ਹਾਂ ਦੀ ਅੱਜ ਚੀਕ ਮਾਰੀ ਹੈ। ਇੰਨੇ ਚਿਰ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆ ਗਏ ਤੇ ਕਹਿਣ ਲੱਗੇ ਕੀ ਗੱਲ ਹੋਈ ਹੈ। ਸਾਰੀ ਗੱਲ ਦੱਸੀ ਮਾਤਾ ਗੰਗਾ ਜੀ ਨੇ ਕਿ ਜਿਵੇਂ ਸਾਹਿਬਜ਼ਾਦੇ ਨੇ ਅੱਜ ਚੀਕ ਮਾਰੀ ਇਸ ਤਰ੍ਹਾਂ ਕਦੇ ਸਾਹਿਬਜ਼ਾਦਾ ਰੋਇਆ ਨਹੀਂ। ਮਾਰੇ ਕਹਿੰਦੇ ਜਾਓ ਲਿਆਓ, ਕਿੱਥੇ ਹੈ। ਸਿੱਖ ਗਿਆ, ਕੀ ਵੇਖਿਆ ਹੈ ਕਿ ਬ੍ਰਾਹਮਣ ਚਬਾਰੇ 'ਚ ਚੜਿਆ ਹੋਇਆ ਹੈ। ਮਹਾਰਾਜ ਦੇ ਛੋਟੇ ਛੋਟੇ ਦੋਵੇਂ ਹੱਥ ਫੜ ਕਰਕੇ ਜ਼ਬਰਦਸਤੀ ਦਹੀਂ ਖਵਾਉਣ ਦਾ ਯਤਨ ਕਰ ਰਿਹਾ ਹੈ, ਪਰ ਸਤਿਗੁਰੂ ਜੀ ਛਕ ਨਹੀਂ ਰਹੇ। ਜਾ ਕਰਕੇ ਸਿੱਖ ਨੇ ਆਖਿਆ ਕਿ ਮਹਾਰਾਜ ਨੇ ਤੈਨੂੰ ਬੁਲਾਇਆ ਹੈ। ਬ੍ਰਾਹਮਣ ਸਤਿਗੁਰਾਂ ਨੂੰ ਪੁੱਛੜ ਚੁੱਕਿਆ, ਗੁਰੂ ਹਰਗੋਬਿੰਦ ਸਾਹਿਬ ਨੂੰ, ਤੇ ਸਤਿਗੁਰਾਂ ਦੇ ਕੋਲ ਆ ਗਿਆ। ਮਹਾਰਾਜ ਕਹਿੰਦੇ ਕੀ ਗੱਲ ਹੈ, ਬਾਲਕ ਰੋਇਆ ਕਿਉਂ ਹੈ। ਕਹਿਣ ਲੱਗਾ ਮਹਾਰਾਜ ਪਤਾ ਨਹੀਂ ਕੀ ਕਾਰਨ ਹੈ, ਰੋਜ਼ ਹੀ ਮੈਂ ਦਹੀਂ ਛਕਾਉਣਾ ਹੈ, ਅੱਜ ਵੀ ਦਹੀਂ ਛਕਾਉਣ ਲੱਗਾ ਸੀ ਤੇ ਛਕਦੇ ਨਹੀਂ ਪਏ। ਪਹਿਲਾਂ ਮੈਂ ਪ੍ਰੇਮ ਨਾਲ ਕਿਹਾ, ਫਿਰ ਮੈਂ ਥੋੜਾ ਜਿਹਾ ਝਿੜਕ ਦਿੱਤਾ ਹੈ ਤੇ ਰੋਣ ਲੱਗ ਪਿਆ। ਮਹਾਰਾਜ ਕਹਿੰਦੇ ਸਾਡੇ ਸਾਹਮਣੇ ਦਹੀਂ ਖਵਾ। ਹੁਣ ਉਹ ਬ੍ਰਾਹਮਣ ਬੜਾ ਖੁਸ਼ ਹੋਇਆ ਕਿ ਹੁਣ ਤਾਂ ਮਹਾਰਾਜ ਨੇ ਆਪ ਕਹਿ ਦਿੱਤਾ ਤੇ ਹੁਣ ਮੇਰਾ ਕੋਈ ਰੋਲ ਵੀ ਨਹੀਂ ਰਹੇਗਾ। ਹੁਣ ਜਦੋਂ ਸਾਹਮਣੇ ਦਹੀਂ ਖਵਾਉਣ ਲੱਗਾ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਮੂੰਹ ਪਾਸੇ ਕਰ ਲਿਆ, ਪਾਸੇ ਕਰ ਲਿਆ ਏ। ਨਹੀਂ ਦਹੀਂ ਖਾਧਾ, ਮਾਨੋ ਕਿ ਅੱਖਾਂ ਦੀ ਸੈਨਤ ਨਾਲ, ਇਸ਼ਾਰੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦੱਸਦੇ ਪਏ ਨੇ ਕਿ ਇਹਦੇ ਵਿੱਚ ਖੋਟ ਹੈ, ਖਾਣ ਦੇ ਯੋਗ ਨਹੀਂ। ਮੈਂ ਗੱਲ ਕੂਕਰ ਦੀ ਕਰਨ ਲੱਗਾ, ਇਹ ਇਤਿਹਾਸਕ ਘਟਨਾ ਹੈ। ਕਹਿੰਦੇ ਨੇ ਉਸ ਵੇਲੇ ਸਤਿਗੁਰਾਂ ਦੇ ਕੋਲ ਇੱਕ ਕੂਕਰ ਰਹਿੰਦਾ ਸੀ, ਕੁੱਤਾ, ਜਿਹਦੇ ਬਾਰੇ ਵਿਦਵਾਨਾਂ ਨੇ ਲਿਖਿਆ ਕਿ ਪਿਸਤਾ ਜਾਤ ਦਾ। ਪਿਸਤਾ ਜਾਤ ਜਿਹੜੀ ਹੁੰਦੀ, ਛੋਟਾ ਜਿਹਾ ਜੱਤ ਵਾਲਾ ਕੁੱਤਾ ਹੁੰਦਾ, ਬੜਾ ਸਿਆਣਾ ਹੁੰਦਾ, ਉਹਨੂੰ ਪਿਸਤਾ ਕਹਿੰਦੇ। ਕੱਦ ਉਹਦਾ ਛੋਟਾ ਜਿਹਾ ਹੁੰਦਾ। ਮਹਾਰਾਜ ਨੇ ਆਖਿਆ ਕੁੱਤੇ ਵਾਲੇ ਭਾਂਡੇ ਵਿੱਚ ਇਹ ਦਹੀਂ ਪਾ ਦਿਓ, ਤੇ ਕੂਕਰ ਨੂੰ ਬੁਲਾਇਆ। ਤੇ ਕੂਕਰ ਬੜਾ ਸਿਆਣਾ ਹੁੰਦਾ, ਜਦੋਂ ਕਿਸੇ ਚੀਜ਼ ਵਿੱਚ ਖੋਟ ਹੋਵੇ ਉਹ ਸੁੰਘ ਕੇ ਛੱਡ ਦਿੰਦਾ, ਸੁੰਘਣ ਸ਼ਕਤੀ ਬੜੀ ਤੇਜ਼ ਹੁੰਦੀ। ਕੂਕਰ ਨੇ ਸੁੰਘਿਆ ਤੇ ਦਹੀਂ ਖਾਧਾ ਨਹੀਂ। ਮਹਾਰਾਜ ਨੇ ਉਸ ਕੂਕਰ ਨੂੰ ਕਿਹਾ ਕਿ ਐ ਕੂਕਰ ਤੂੰ ਇਹ ਦਹੀਂ ਖਾ ਲੈ, ਅਸੀਂ ਤੇਰਾ ਭਲਾ ਕਰਾਂਗੇ, ਤੂੰ ਡਰ ਨਾ, ਤੂੰ ਅਧੋਗਤੀ ਨੂੰ ਨਹੀਂ ਜਾਵੇਂਗਾ। ਪਰ ਜੇ ਤੂੰ ਇਹ ਕਰਮ ਨਹੀਂ ਕਰੇਂਗਾ ਤੇ ਇਹਦਾ ਪਾਜ, ਇਹਦਾ ਜਿਹੜਾ ਕਪਟ ਛਲ ਉਹ ਪ੍ਰਗਟ ਨਹੀਂ ਹੋਵੇਗਾ। ਇਤਿਹਾਸ ਗਵਾਹ ਹੈ ਕਿ ਕਹਿੰਦੇ ਨੇ ਕੁੱਤੇ ਨੇ ਸਤਿਗੁਰਾਂ ਦਾ ਬਚਨ ਮੰਨ ਕਰਕੇ ਤੇ ਉਹ ਦਹੀਂ ਖਾ ਲਿਆ ਤੇ ਤੜਫ ਤੜਫ ਕਰਕੇ ਸਰੀਰ ਤਿਆਗ ਦਿੱਤਾ। ਮਹਾਰਾਜ ਨੇ ਬਚਨ ਕਿਹਾ ਸੀ ਕਿ ਜਿਵੇਂ ਇਹ ਕੂਕਰ ਮਰਿਆ ਸਾਡਾ ਤੜਫ ਤੜਫ ਕਰਕੇ, ਉਵੇਂ ਦਹੀਂ ਵਿੱਚ ਜ਼ਹਿਰ ਵਾਲਾ ਮਿਲਾਉਣ ਵਾਲਾ ਮਰੇਗਾ। ਕਹਿੰਦੇ ਇੰਨਾ ਬਚਨ ਕਹਿਣ ਦੀ ਦੇਰ ਸੀ, ਉਹ ਬ੍ਰਾਹਮਣ ਉਲਟ ਕੇ ਧਰਤੀ ਤੇ ਡਿੱਗਾ, ਪੱਗ ਲੈ ਗਈ, ਵਾਲ ਖਿਲਰ ਗਏ, ਤੜਫ ਤੜਫ ਕਰਕੇ ਮਰਿਆ। ਇਹ ਮੈਂ ਨਹੀਂ ਕਹਿ ਰਿਹਾ, ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ 1137 ਅੰਗ ਤੇ ਭੈਰਵ ਰਾਗ ਦੇ ਵਿੱਚ ਸ਼ਬਦ ਵੀ ਲਿਖਿਆ, ਬ੍ਰਾਹਮਣ ਦਾ ਜ਼ਿਕਰ ਵੀ ਕੀਤਾ। ਮਹਾਰਾਜ ਉੱਥੇ ਕਹਿੰਦੇ ਨੇ ਲੇਪ ਨਾ ਲਾਗੋ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਕਹਿੰਦੇ ਤਿਲ ਜਿੰਨਾ ਵੀ ਜ਼ਹਿਰ ਦਾ ਲੇਪ ਸਾਡੇ ਸਾਹਿਬਜ਼ਾਦੇ ਨੂੰ ਨਹੀਂ ਲੱਗਾ। ਕਹਿੰਦੇ ਜਿਹੜਾ ਦੁਸ਼ਟ ਬ੍ਰਾਹਮਣ ਸੀ ਉਹਦੇ ਸੂਲ ਉੱਠੀ, ਪੀੜਾ ਉੱਠੀ ਤੇ ਤੜਫ ਤੜਫ ਕੇ ਮਰਿਆ। ਲੇਪ ਨਾ ਲਾਗੋ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਹਰ ਜਨ ਰਾਖੇ ਪਾਰ ਬ੍ਰਹਮ ਆਪ, ਦੁਸ਼ਟ ਮੂਆ ਗੁਰ ਪ੍ਰਤਾਪ। ਪਾਪੀ ਮੂਆ ਗੁਰ ਪ੍ਰਤਾਪ, ਗੁਰੂ ਦੇ ਪ੍ਰਤਾਪ ਨਾਲ ਪਾਪੀ ਮਰਿਆ ਹੈ। ਉਦੋਂ ਉਹ ਬ੍ਰਾਹਮਣ ਮਰਿਆ। ਉਸ ਕੂਕਰ ਨੂੰ ਕੀ ਕਹਾਂਗੇ? ਮੈਂ ਤੇ ਕਹਾਂਗੇ ਵੀ ਉਹ ਕੁੱਤਾ ਵੀ ਸਾਡੇ ਨਾਲ ਚੰਗਾ ਜਿਹਨੇ ਗੁਰੂ ਦਾ ਬਚਨ ਮੰਨ ਕਰਕੇ ਸਰੀਰ ਤਿਆਗ ਦਿੱਤਾ। ਐਸਾ ਕੂਕਰ ਵੀ ਚੰਗਾ ਹੈ, ਵਫਾਦਾਰ। ਦੂਜਾ ਕੂਕਰ ਉਹ ਹੈ ਜਿਹੜਾ ਅਵਾਰਾ ਹੈ, ਜਿਹਦਾ ਕੋਈ ਸਾਈਂ ਨਹੀਂ, ਜਿਹਦਾ ਕੋਈ ਮਾਲਕ ਨਹੀਂ ਗਾ। ਹੱਡਾ ਰੋੜੀ 'ਚ ਵੀ ਮਿਲ ਜਾਂਦੇ, ਥਾਂ ਥਾਂ ਮਿਲ ਜਾਂਦੇ। ਉਹਦੇ ਨਾਲ ਵੀ ਸਾਡੀ ਤੁਲਨਾ ਦਿੱਤੀ ਕਈਆਂ ਦੀ। ਜੇ ਅਸੀਂ ਗੁਰੂ ਸਾਹਿਬ ਦਾ ਘਰ ਛੱਡ ਕੇ ਥਾਂ ਥਾਂ ਮੱਥੇ ਟੇਕਦੇ ਨਾ, ਕਬਰਾਂ ਮੜੀਆਂ ਤੇ ਜਾ ਕੇ, ਤੇ ਮਹਾਰਾਜ ਨੇ ਉਹਦੇ ਨਾਲ ਤੁਲਨਾ ਦਿੱਤੀ। ਮੈਂ ਨਹੀਂ, ਮਹਾਰਾਜ ਨੇ ਦਿੱਤੀ ਹੈ। ਸ਼ਬਦ ਧਿਆਨ ਨਾਲ ਸੁਣਿਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸ਼ਬਦ ਹੈ। ਮਹਾਰਾਜ ਬਚਨ ਕਰਦੇ ਨੇ, ਸੁਖ ਕਾ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਹੈ ਜਨ ਜਨ ਕੀ।
ਮਾਰੇ ਕਹਿੰਦੇ ਸੁੱਖ ਦੇ ਵਾਸਤੇ ਬੜੇ ਦੁੱਖ ਪਾਉਂਦਾ ਏ ਤੇ ਜਣੇ ਜਣੇ ਦੀ ਸੇਵਾ ਕਰਦਾ ਫਿਰਦਾ, ਥਾਂ ਥਾਂ ਤੁਰਿਆ ਫਿਰਦਾ। ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਹੈ ਜਨ ਜਨ ਕੀ। द्वार है द्वार सुआन ज्यों डोलत, नह सुध राम भजन की। कहते जिमें दर दर ते आवारा कुत्ता तुरिया फिरदा ना, इस तरह तुरिया फिरदा है। इनू रब की बंदगी की सोझी नहीं कि मैं वो बंदगी करनी है, वो वाहिगुरू की बंदगी करनी। ध्यान देने वाला वचन है। मारे कहते तेरे नालों ते कूकर भी चंगा, उहदे विच भी वफादारी का गुण है। सूर भी चंगा है उस मनुख दे नालों ਜਿਹੜਾ ਮਨੁੱਖ ਰੱਬ ਦੀ ਬੰਦਗੀ ਨਹੀਂ ਕਰਦਾ, ਗੁਰੂ ਦੇ ਮੰਤਰ ਤੋਂ ਉਪਦੇਸ਼ ਤੋਂ ਹੀਣਾ ਹੈ। ਦੂਜਾ ਅਰਥ ਇਹ ਵਿਦਵਾਨਾਂ ਨੇ ਕੀਤਾ, ਸਰਪ ਨਹਿ ਤੁਲ ਖਲਹਿ। ਨਹਿ ਦਾ ਅਰਥ ਅੱਡ ਕਰਕੇ ਕੀਤਾ ਹੈ, ਉਹ ਮੂਰਖ ਇਹਨਾਂ ਦੇ ਵੀ ਤੁਲ ਨਹੀਂਗਾ, ਬਰਾਬਰ ਨਹੀਂਗਾ। ਸੂਰ ਵੀ ਚੰਗਾ ਹੈ। ਬਾਬਾ ਕਬੀਰ ਜੀ ਕਹਿੰਦੇ, ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਸ਼ਾ ਗਾਉ। ਉਹ ਸਾਕਤ ਬਪਰਾ ਮਰ ਗਿਆ, ਕੋਈ ਨਾ ਲੈ ਹੈ ਨਾਉ। ਸਾਕਤ ਕੌਣ? ਜਿਹੜਾ ਰੱਬ ਤੋਂ ਟੁੱਟਿਆ ਹੋਇਆ, ਜਿਹਦੀ ਵਿਆਖਿਆ ਕੀਰਤਨ ਸੋਹਲੇ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਕਰਦੇ। ਜਿਹੜਾ ਅਸੀਂ ਸ਼ਬਦ ਪੜ੍ਹਦੇ, ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਉਹਦੀਆਂ ਰਹਾਉ ਤੋਂ ਬਾਅਦ ਵਾਲੀਆਂ ਪੰਕਤੀਆਂ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵਹਿ, ਜਮਕਾਲ ਸਾਹੇ ਸਿਰ ਡੰਡਾ ਹੈ। ਮਾਰੇ ਕਹਿੰਦੇ ਸਾਕਤ ਉਹ ਹੈ ਜਿਹਨੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਨਹੀਂ ਜਾਣਿਆ। ਕਿਉਂ ਨਹੀਂ ਜਾਣਿਆ? ਕਹਿੰਦੇ ਉਹਦੇ ਅੰਦਰ ਹਉਮੈ ਦਾ ਕੰਡਾ ਵੱਜਾ ਹੋਇਆ। ਉਹ ਕੰਡਾ ਜਿਵੇਂ ਪਹਾੜੀ ਕਿੱਕਰ ਦਾ ਕੰਡਾ ਵੱਜ ਜਾਵੇ ਨਾ, ਤੇ ਉਹ ਨਿਕਲਦਾ ਨਹੀਂ, ਸਗੋਂ ਅੱਗੇ ਤੁਰ ਪੈਂਦਾ। ਆਪਣੇ ਇਲਾਕੇ 'ਚ ਆਮ ਹੀ ਹੈ ਨਾ, ਜਿਵੇਂ ਕੰਡਾ ਜਿਹੜਾ ਉਹ ਅੱਗੇ ਤੁਰ ਪੈਂਦਾ ਹੈ, ਗਾਂਹ ਤੁਰਿਆ ਜਾਂਦਾ ਹੈ, ਮਾਸ ਦੇ ਵਿੱਚ ਹੀ ਖੁੱਭਦਾ ਜਾਂਦਾ, ਬੜਾ ਦੁੱਖ ਦਿੰਦਾ। ਤੇ ਮਹਾਰਾਜ ਕਹਿੰਦੇ ਜਿਉਂ ਜਿਉਂ ਚੱਲੇ, ਇਸੇ ਤਰ੍ਹਾਂ ਜਿਵੇਂ ਜਿਵੇਂ ਹਉਮੈ ਵੱਧਦੀ ਹੈ, ਹਉਮੈ ਦਾ ਕੰਡਾ ਅੱਗੇ ਤੁਰਦਾ ਹੈ, ਚੁੱਭਦਾ ਹੈ, ਦੁੱਖ ਪਾਵੇ, ਉਦੋਂ ਦੁੱਖ ਪਾਉਂਦਾ ਹੈ। ਇੱਥੇ ਵੀ ਦੁੱਖ ਪਾਉਂਦਾ ਹੈ। ਜਮਕਾਲ ਸਾਹੇ ਸਿਰ ਡੰਡਾ ਹੈ, ਮਰਨ ਤੋਂ ਬਾਅਦ ਵੀ ਜਮਾਂ ਦਾ ਡੰਡਾ ਸਿਰ ਤੇ ਵੱਜਦਾ ਹੈ, ਉਦੋਂ ਵੀ ਸਹਾਰਨਾ ਪੈਂਦਾ ਹੈ। ਉਹਨੂੰ ਸਾਕਤ ਕਿਹਾ, ਰੱਬ ਤੋਂ ਟੁੱਟਿਆ ਹੋਇਆ। ਤੇ ਬਾਬਾ ਕਬੀਰ ਜੀ ਕਹਿੰਦੇ, ਕਬੀਰ ਸਾਕਤ ਤੇ ਸੂਕਰ ਭਲਾ, ਉਸ ਸਾਕਤ ਨਾਲੋਂ ਸੂਰ ਵੀ ਚੰਗਾ ਹੈ। ਕਿਉਂ ਚੰਗਾ ਹੈ? ਰਾਖੈ ਆਸ਼ਾ ਗਾਉ, ਕਿਉਂਕਿ ਉਹ ਸੂਰ ਸਾਰੇ ਨਗਰ ਦੀ ਗੰਦਗੀ ਖਾ ਕਰਕੇ ਤੇ ਸਾਫ਼ ਰੱਖਦਾ ਨਗਰ ਨੂੰ। ਗੰਦਗੀ ਉਹ ਆਪ ਖਾ ਜਾਂਦਾ ਹੈ, ਨਗਰ ਨੂੰ ਸਾਫ਼ ਕਰਦਾ ਹੈ। ਉਹ ਸਾਕਤ ਬਪਰਾ ਮਰ ਗਿਆ, ਕਹਿੰਦੇ ਰੱਬ ਤੋਂ ਟੁੱਟਾ ਹੋਇਆ ਮਰ ਗਿਆ। ਕੋਈ ਨਾ ਲੈ ਹੈ ਨਾਉ ਦਾ, ਕੋਈ ਨਾਂ ਨਹੀਂ ਲੈਂਦਾ। ਕਹਿੰਦੇ ਚੰਗਾ ਹੋਇਆ ਹੈ ਤੇ ਰੱਬ ਦਾ ਨਾਮ ਨਹੀਂ ਸੀ ਜਪਦਾ, ਸਗੋਂ ਜਪਣ ਵਾਲਿਆਂ ਨਾਲ ਵੀ ਪੰਗੇ ਲੈਂਦਾ ਸੀ। ਪਰ ਸੂਰ ਨੂੰ ਸਾਰੇ ਯਾਦ ਕਰਦੇ ਵੀ ਚੰਗਾ ਹੁੰਦਾ ਸੀ। ਨਗਰ ਦੇ ਵਿੱਚ ਹੁਣ ਗੰਦਗੀ ਪਈ ਹੁੰਦੀ ਹੈ, ਜਦੋਂ ਸੂਰ ਸੀ ਉਦੋਂ ਇਹ ਗੰਦਗੀ ਖਾ ਜਾਂਦਾ ਸੀ। ਤੇ ਸਾਕਤ ਬੰਦਾ ਆਪ ਨਿੰਦਿਆ ਕਰਕੇ ਗੰਦਗੀ ਫੈਲਾਉਂਦਾ ਹੈ, ਪਰ ਸੂਰ ਗੰਦਗੀ ਖਾ ਜਾਂਦਾ। ਸੂਰ ਨਾਲੋਂ ਵੀ ਗਿਆ ਗੁਜ਼ਰਿਆ ਉਹ ਮਨੁੱਖ ਹੈ ਜਿਹੜਾ ਰੱਬ ਦਾ ਉਪਦੇਸ਼ ਨਹੀਂ ਧਾਰਨ ਕਰਦਾ, ਬੰਦਗੀ ਨਹੀਂ ਧਾਰਨ ਕਰਦਾ। ਤੀਸਰਾ ਸ਼ਬਦ ਵਰਤਿਆ ਹੈ ਗਰਦ ਬਹਿ। ਗਰਦ ਬਹਿ ਦਾ ਅਰਥ ਹੈ ਗਧਾ, ਖੋਤਾ। ਮਾਰੇ ਕਹਿੰਦੇ ਉਹ ਗਧੇ ਨਾਲੋਂ ਵੀ ਗਿਆ ਗੁਜ਼ਰਿਆ ਹੈ, ਕਿਉਂਕਿ ਗਧੇ ਵਿੱਚ ਵੀ ਗੁਣ ਹੈ। ਹੁਣ ਤੇ ਗੁਰਮੁਖੋ ਸਮਾਂ ਜਿਹੜਾ ਐਡਵਾਂਸ ਹੋ ਗਿਆ ਨਾ, ਅਜੇ ਬਹੁਤੇ ਸਮੇਂ ਦੀ ਗੱਲ ਨਹੀਂ। ਸਾਡੇ ਬਜ਼ੁਰਗ ਬੈਠੇ ਹੈ, ਗਧਿਆਂ ਦਾ ਸਮਾਂ ਆਪਾਂ ਵੀ ਵੇਖਿਆ ਹੀ ਹੈ। ਘੁਮਿਆਰਾਂ ਦੇ ਕੋਲ ਗਧੇ ਹੁੰਦੇ ਸੀ। ਆਮ ਘਰਾਂ ਵਿੱਚ ਵੀ ਲੋਕਾਂ ਨੇ ਪੱਠੇ ਢੋਣ ਵਾਸਤੇ ਗਧੇ ਰੱਖੇ ਹੁੰਦੇ ਸੀ। ਜ਼ਿਆਦਾਤਰ ਮਿੱਟੀ ਢੋਣ ਵਾਸਤੇ ਘੁਮਿਆਰ ਦੇ ਕੋਲ ਖੋਤੇ ਹੁੰਦੇ ਸੀ। ਦੋ ਪਾਸਿਓਂ ਬੋਰੇ ਜੇ ਬਣਾਏ ਹੁੰਦੇ ਸੀ, ਮਿੱਟੀ ਦੇ ਭਰ ਲੈਣੇ। ਜਿਨ੍ਹਾਂ ਥਾਵਾਂ 'ਤੇ ਭੀੜੀਆਂ ਥਾਵਾਂ 'ਤੇ ਕੋਈ ਟਰੈਕਟਰ ਟਰਾਲੀ ਜਾਂ ਰੇਹੜਾ ਨਹੀਂ ਸੀ ਜਾ ਸਕਦਾ, ਉੱਥੇ ਗਧਿਆਂ ਨਾਲ ਮਿੱਟੀ ਪਾਈ ਜਾਂਦੀ ਸੀ। ਆਮ ਜਿਨ੍ਹਾਂ ਦੀ ਜ਼ਮੀਨ ਢਾਇਆਂ ਦੇ ਕੰਢਿਆਂ 'ਤੇ ਹੁੰਦੀ, ਉੱਥੇ ਵੀ ਗਧਿਆਂ ਦੀ ਵਰਤੋਂ ਆਮ ਚੱਲਦੀ ਹੁੰਦੀ ਸੀ। ਜਦੋਂ ਬੰਨ ਬੁੰਨ ਲਾਉਣਾ ਹੁੰਦਾ ਸੀ, ਮੈਂ ਅੱਖੀਂ ਵੇਖਿਆ, ਕਿਉਂਕਿ ਸਾਡੀ ਵੀ ਜ਼ਮੀਨ ਕੰਢੇ 'ਤੇ ਹੈ ਸਾਰੀ, ਇਸ ਕਰਕੇ ਦੇਖਿਆ ਮੈਂ। ਉਹ ਜਦੋਂ ਗਧੇ ਘੁਮਿਆਰ ਲੈ ਕੇ ਆਉਂਦਾ ਨਾ, ਮੰਨ ਲਓ ਇੱਕ ਘੁਮਿਆਰ ਕੋਲੇ 5 ਖੋਤੇ ਜਾਂ 6 ਜਾਂ 7 ਜਿੰਨੇ ਵੀ ਰੱਖੇ ਆ, ਉਹ ਜਦੋਂ ਉਹਨੇ ਮਿੱਟੀ ਦੇ ਬੋਰੇ ਭਰਨੇ, ਤਾਂ ਜਿੱਥੇ ਮਿੱਟੀ ਸੁੱਟਣੀ ਹੁੰਦੀ ਸੀ ਤੇ ਉਹ ਜਿਹੜਾ ਅੱਗੇ ਵਾਲਾ ਖੋਤਾ ਸੀ, ਇੱਕ ਖੋਤੇ ਨੂੰ ਕੰਨੋਂ ਫੜ ਲੈਂਦਾ ਸੀ ਤੇ ਤੁਰਿਆ ਜਾਂਦਾ ਸੀ।
बाकी खोते उहदे मगर मगर आपे तुरे आउंदे सी। सारिਆਂ ਨੂੰ ਤੇ ਹੁਣ ਕੰਨੋਂ नहीं फड़ सकदा, एक नूं फड़ना ते तुरे जाना, बाकियां ने मगर तुरे आउणा। तो एक खोते नूं भी वो एक वार ही फड़दा सी, 2 वार जां 3 वार उहने फड़ के एक डंडी ते लैके जाना। बाद विच उहनां नूं भी पता लग जांदा सी भी इसे राह ते सानूं चलना पैना, फिर फड़न दी लोड़ नहीं, फिर आपे ही तुरे जांदे सी। उन्हां नूं ते 2-3 वारां घुमियार ने फड़िया ते डंडी ते तोरिया ते तुर पए। ते सानूं तां महाराज रोज़ ही कहिंदे असीं चलदे फिर नहीं। फिर साडे नालों चंगे होए ना, मुआफ़ करियो मैनूं, क्योंकि मैं तो केवल विचार दे रहा। समझो इस गल नूं भी वो 2 ਜਾਂ 4 वार उन्हां नूं घुमियार लैके जावे तो उन्हां नूं समझ लग जाती है, वो आखे लग जाते हैं, उस राह ते चल पैंदे, उन्हां नूं पता है भी इहो राह साडा जाना पैना है। पर सानूं गुरु साहब रोज़ ही कहण, सवेरे शाम कहण, हर वक्त कहण भी आह काम करो, आपां करिए ना तो फिर गुरमुखो साडे विच घाट है। ये ध्यान देण वाला बचन है। ते जे साडे कोल होवे भी कुछ ना, पल्ले भी कख ना होवे ते हंकार करिए तो फिर भी असीं गधे। महाराज ने बाणी विच कहा है, नानक ते नर असल खर जे बिन गुण गर्भ करंत। वो असली खोते ने जेड़े बिना ही गुणा तो हंकार करिए। चलो गुणा का हंकार हो जाना वड्डी गल नहीं, गुणा करके तो हंकार होना, अवगुणा तो थोड़ा हंकार टिकदा। मस्कीन जी क्या करते सन, हंकार हमेशा गुणा ते टिकदा है, जे गुण नहीं है तो हंकार किवें। पर जिहदे कोले गुण भी ना होवे फिर भी हंकार करे तो वह फिर गधा ही है। हंकार करना तो माड़ा ही है, भावें गुणा करके करिए तो भावें उदां करिए, पर गुणा करके आ जाना एक कारण तो हैगा ना भी इहदे कोल गुण हैगे तां आया है। ध्यान देना, इस करके गधे विच भी ये गुण है, क्योंकि शब्द सानूं थोड़े जे करड़े लगदे पर है तो बाणी दे ना, बदले नहीं जा सकते। चौथा बचन वरतिया कक है, कां। ते महाराज कहंदे कां नालों भी वो गए गुजरे ने, क्योंकि कां विच भी गुण है। कां नूं कुछ लभ जावे ना तो कला नहीं खांदा, कां कां करके सारे कावां नूं इकट्ठा कर लैंदा है ते वंड के खांदा है। पर साडे वर्गे नूं कोई चीज़ लभ जावे ते लागे सज्जन मित्र खलोता होवे ते 100 रुपया भी होवे उत्ते पैर रख लांगे भी कदों ये तुरूगा तो फिर असीं फड़ांगे। ये हालात भी कईयां दे हुंदे, सारियां दे नहीं, कईयां दे हालात ऐसे भी हुंदे। ध्यान देना, सानू लभ जावे तो असीं कहने दूजे नूं पता ना लगे, मैं कल्ला ही खावां, मेरे कल्ले कोल ही आवे। पर कावां विच भी गुण है कि जदों उन्हां नूं कोई चीज़ लभ जावे वो कल्ले नहीं खांदे। एक कां नूं लभे तो वो कां कां करके रौला पा करके सारे कावां नूं इकट्ठियां कर लैंदा है। ये उन्हां विच गुण है, तूं ते उन्हां कावां नालों भी गया गुजरिया। ते पंजवां बचन वरतिया है सरपण है सप। सप नालों भी गए गुजरे। सप विच भी गुण है कि वह भी मंत्र नाल कीलिया जाता है। जदों उहदे ते मंत्र पढ़दा ना जोगी, वह भी कीलिया जाता है, वह भी मंत्र दे अधीन हो जाता है, वह भी जोगी दी बीण दे अधीन हो जाता है, जोगी दे अधीन हो जाता है। पर असीं पता नहीं किन्नी वार गुरु का मंत्र पढ़िया तो सुनिया, पर असीं गुरु दे अधीन ना होए। इस करके महाराज कहंदे इन्हां चीज़ां नालों भी थल्ले चला गया। एक ध्यान देने वाला बचन है, अखीरला बचन मैं तुहानूं सुना के समाप्ति कर देनी है। बाबा कबीर जी का एक शब्द आउंदा है गोजरी राग के अंदर, ਉਹਦੇ ਵਿੱਚ ਸਾਖੀ भी ਦਿੱਤੀ बाबा कबीर जी ने। मैं बहुत ही लम्मी नहीं करांगा क्योंकि समा मेरा थोड़ा ही बाकी है, 2-4 मिनट का ही, तो 2 मिनट मैं इन्हां तो लै लैने होर। ध्यान देना, शब्द आउंदा है चार पाव दोए सिंग गुंग मुख तब कैसे गुण गई है। पशु बिरती कदों बनती है, असीं पशु जून च कदों पवांगे। पशु जून च बहनी है 84 लाख जूनां विचों सिर्फ मनुख जून जिहड़ी है इहनूं कर्म जून कहा जाता है, ते जिहड़ी पशु बाकी जूनां वो भोग जूनियां ने। भाव जो असीं कर्म करते हैं उन्हां जूनां विच जाके सानूं भोगणे पैणे। कर्म जूनी केवल मनुख है जिहदे विच असीं चंगे माड़े कर्म कर सकते। ध्यान देना,
ਕਾਂਸ਼ੀ ਦੀ ਧਰਤੀ ਤੇ ਬਾਬਾ ਕਬੀਰ ਜੀ ਰਹਿੰਦੇ ਤੇ ਕਾਂਸ਼ੀ ਦੀ ਧਰਤੀ ਤੇ ਇੱਕ ਨੇ ਲਿਬਾਸ ਬਣਾਇਆ ਸਾਧੂਆਂ ਵਾਲਾ। ਕਿਸੇ ਦੇ ਘਰ ਉਹ ਚੁਬਾਰੇ ਵਿੱਚ ਰਹਿੰਦਾ ਹੈ। ਉਹ ਪਰਿਵਾਰ ਉਹਨੂੰ ਸਾਧੂ ਜਾਣ ਕਰਕੇ, ਰੱਬ ਦਾ ਪਿਆਰਾ ਜਾਣ ਕਰਕੇ, ਭਗਤ ਜਾਣ ਕਰਕੇ ਉਹਦੀ ਆਓ ਭਗਤ ਕਰਦੇ। ਹੁਣ ਸਾਨੂੰ ਤੁਸੀਂ ਸਨਮਾਨ ਤਾਂ ਹੀ ਦਿੰਦੇ ਵੀ ਅਸੀਂ ਗੁਰੂ ਘਰ ਦੇ ਸੇਵਾਦਾਰ। ਹੋਰ ਸਾਡੇ ਵਿੱਚ ਕੀ ਅੰਤਰ ਆ? ਸਰੀਰ ਤੇ ਆਪਣਾ ਇੱਕੋ ਜਿਹਾ ਹੀ ਹੈ ਨਾ। ਸਨਮਾਨ ਸਰੀਰ ਨੂੰ ਨਹੀਂ ਮਿਲ ਰਿਹਾ, ਗੁਰੂ ਘਰ ਦੇ ਸੇਵਾਦਾਰ ਕਰਕੇ ਮਿਲ ਰਹੇ ਆ ਵੀ ਅਸੀਂ ਕਥਾ ਕਰਦੇ ਜਾਂ ਕੀਰਤਨ ਕਰਦੇ ਹਾਂ ਜਾਂ ਢਾਡੀ ਆ ਜਾਂ ਕਵੀਸ਼ਰ ਹੈ, ਸਾਡੇ ਗੁਣ ਕਰਕੇ ਸਾਨੂੰ ਸਨਮਾਨ ਮਿਲ ਰਿਹਾ ਵੀ ਗੁਰੂ ਕਾ ਬਾਣਾ ਪਾਇਆ। ਪਰ ਜੇ ਅਸੀਂ ਸਨਮਾਨ ਸਾਨੂੰ ਮਿਲ ਰਿਹਾ ਹੈ, ਲੋਕ ਸਨਮਾਨ ਦਿੰਦੇ ਤੇ ਅਸੀਂ ਉਹਦੇ ਕਾਬਲ ਨਹੀਂ ਗਏ, ਜੇ ਅਸੀਂ ਉਹ ਕੰਮ ਨਹੀਂ ਕਰਦੇ, ਗੁਰੂ ਦੇ ਵਫਾਦਾਰ ਨਹੀਂ ਗਏ, ਗੁਰੂ ਦੇ ਹੁਕਮ ਵਿੱਚ ਨਹੀਂ ਚੱਲਦੇ, ਫਿਰ ਅਸੀਂ ਵੀ ਦੋਸ਼ੀ। ਉਹਨੇ ਰੱਬ ਦਾ ਬਾਣਾ ਪਾਇਆ, ਰੱਬ ਦੇ ਪਿਆਰਿਆਂ ਵਾਲਾ। ਤੇ ਗੁਰਮੁਖੋ ਰੋਜ਼ ਚੰਗੇ ਪਦਾਰਥ ਛਕਣੇ ਤੇ ਉੱਪਰ ਚੁਬਾਰੇ 'ਚ ਦਰਵਾਜ਼ਾ ਬੰਦ ਕਰਕੇ ਅੰਦਰੋਂ ਕੁੰਡਾ ਮਾਰ ਕੇ ਸੁੱਤੇ ਰਹਿਣਾ ਤੇ ਬਾਹਰ ਕਹਿ ਦੇਣਾ ਕਿ ਮੈਨੂੰ ਕੋਈ ਡਿਸਟਰਬ ਨਾ ਕਰਿਓ, ਮੈਂ ਬੰਦਗੀ ਕਰਦਾ। ਉਹ ਭੁਲੇਖਾ ਤੇ ਪੈਣਾ ਹੀ, ਅੰਦਰੋਂ ਕੁੰਡਾ ਵੱਜਾ ਤੇ ਕਿਸੇ ਨੂੰ ਭੁਲੇਖਾ ਹੀ ਲੱਗਣਾ। ਰੋਜ਼ ਇਸੇ ਤਰ੍ਹਾਂ ਕਰਨਾ। ਇੱਕ ਦਿਨ ਉਹ ਕਬੀਰ ਸਾਹਿਬ ਨੂੰ ਮਿਲ ਪਿਆ ਤੇ ਕਬੀਰ ਸਾਹਿਬ ਜੀ ਉਹਨੂੰ ਕਹਿਣ ਲੱਗੇ, ਭਲਿਆ ਮਾਨਸਾ, ਇਹ ਪਰਿਵਾਰ ਤੈਨੂੰ ਰੱਬ ਦਾ ਪਿਆਰਾ ਸਮਝ ਕਰਕੇ ਤੇਰੀ ਸੇਵਾ ਕਰਦੇ ਨੇ, ਕਿੰਨੇ ਪਕਵਾਨ ਖਵਾਉਂਦੇ ਨੇ, ਤੇ ਇਹ ਪਕਵਾਨ ਖਾਧੇ ਹੋਏ ਪਚਦੇ ਨਹੀਂ ਹੁੰਦੇ। ਜੇ ਤਾਂ ਤੂੰ ਬੰਦਗੀ ਕਰੇ ਤਾਂ ਫਿਰ ਤੈਨੂੰ ਕੋਈ ਨਹੀਂ ਦੋਸ਼ ਲੱਗੇਗਾ, ਪਰ ਜੇ ਤੂੰ ਬੰਦਗੀ ਤੋਂ ਬਿਨਾਂ ਛਕ ਰਿਹਾ ਨਾ ਤੇ ਇਹਦਾ ਲੇਖਾ ਤੈਨੂੰ ਦੇਣਾ ਪੈਣਾ। ਉਹ ਬ੍ਰਾਹਮਣ ਸੀ ਉੱਚੀ ਜਾਤ ਦਾ, ਕਹਿਣ ਲੱਗਾ, ਜਾ ਜਾ ਤੂੰ, ਤੈਨੂੰ ਕਿਹਨੇ ਪੁੱਛਿਆ, ਐਵੇਂ ਮੱਤ ਦੇਣ ਆ ਗਿਆ। ਉੱਠਾ ਹੀ ਬੋਲਿਆ ਮਹਾਰਾਜ ਬਾਬਾ ਕਬੀਰ ਜੀ, ਅਸੀਂ ਮੁਕਤੀ ਮੁਕਤ ਹਾਂ, ਸਾਨੂੰ ਕੁਝ ਨਹੀਂ ਕਰਨ ਦੀ ਲੋੜ। ਕਹਿੰਦੇ ਚੰਗਾ ਭਾਈ। ਕਹਿੰਦੇ ਉਹਦੀ ਮੌਤ ਹੋ ਗਈ ਤੇ ਉਸੇ ਹੀ ਪਰਿਵਾਰ ਦੇ ਘਰ ਵਿੱਚ ਉਹ ਵੱਛਾ ਬਣ ਕੇ ਜੰਮਿਆ। ਇਤਿਹਾਸ ਪੜ੍ਹ ਲਿਓ ਉਹਦੀ, ਉਥਾਨ ਕਸ਼ਬਦ ਦੀ। ਜਦੋਂ ਵੱਛਾ ਬਣ ਕੇ ਜੰਮਿਆ, ਪਰਿਵਾਰ ਨੇ ਪਾਲਿਆ। ਉਦੋਂ ਬਲਦਾਂ ਦੀ ਖੇਤੀ ਹੁੰਦੀ ਸੀ ਤੇ ਵੱਛਿਆਂ ਦਾ ਵੀ ਬੜਾ ਮੁੱਲ ਹੁੰਦਾ ਸੀ। ਸਮੇਂ ਸਮੇਂ ਨਾਲ ਚੀਜ਼ਾਂ ਬਦਲਦੀਆਂ। ਪਰਿਵਾਰ ਨੇ ਚੰਗੀ ਤਰ੍ਹਾਂ ਉਹਨੂੰ ਪਾਲਿਆ ਤੇ ਜਦੋਂ ਵੱਡਾ ਹੋਇਆ ਤੇ ਹੁਣ ਜੋਣਾ ਹੀ ਸੀ ਪੰਜਾਲੀ 'ਚ। ਉਹਨੂੰ ਹੁਣ ਗਿਆਨ ਸੀ ਕਿ ਮੈਂ ਸਾਧੂ ਹਾਂ, ਵੀ ਇਹ ਮੇਰੀ ਪੂਜਾ ਕਰਦੇ ਸੀ, ਇਹਨਾਂ ਦਾ ਮੈਂ ਗੁਰੂ ਹਾਂ। ਉਹ ਉਸੇ ਆਕੜ 'ਚ ਪੰਜਾਲੀ 'ਚ ਸਿਰ ਨਾ ਦੇਵੇ ਤੇ ਉਹਨਾਂ ਨੇ ਕੁੱਟ ਕੁੱਟ ਕੇ ਦੂਰਾ ਕਰ ਦਿੱਤਾ। ਹੁਣ ਜੋਣਾ ਤਾਂ ਇਹ ਜਿਹਨੇ ਪਾਲਿਆ, ਜ਼ੋਰ ਤੇ ਲਾਉਣਾ ਹੀ। ਤੇ ਉਹਨੂੰ ਕੁੱਟਣ ਉੱਠੇ ਨਾ ਤੇ ਲੋਕ ਇਕੱਠੇ ਹੋਏ। ਉਹਨੇ ਚਿਰ ਨੂੰ ਬਾਬਾ ਕਬੀਰ ਜੀ ਆ ਗਏ। ਵੇਖਿਆ ਵੀ ਇਹ ਕੌਣ ਹੈ? ਕਹਿੰਦੇ ਪਰਾ ਉਹ ਮਾੜਾ ਜਿਹਾ ਵੇਖੀਏ। ਕੋਲ ਗਏ। ਹੁਣ ਬਾਬਾ ਕਬੀਰ ਜੀ ਤੇ ਬ੍ਰਹਮ ਗਿਆਨੀ ਜਾਣਦੇ ਸਨ। ਕੋਲ ਜਾ ਕੇ ਕਹਿੰਦੇ ਵੀ ਭਲਿਆ ਮਾਨਸਾ, ਤੈਨੂੰ ਬਥੇਰਾ ਸਮਝਾਇਆ ਸੀ, ਉਦੋਂ ਤੂੰ ਆਖੇ ਨਹੀਂ ਲੱਗਾ, ਹੁਣ ਹੀ ਲੱਗ ਜਾ। ਇਹ ਪੈਲੀ ਤਾਂ ਵਾਹੁਣੀ ਪੈਣੀ, ਹੁਣ ਲੇਖਾ ਤਾਂ ਦੇਣਾ ਪੈਣਾ, ਚੁੱਪ ਕਰਕੇ ਤੁਰ ਪਾ, ਨਹੀਂ ਤੇ ਐਵੇਂ ਕੁੱਟ ਖਾਈ ਜਾਵਾਂਗੇ, ਛੱਡਣਾ ਨਹੀਂ ਇਹਨਾਂ ਨੇ ਤੈਨੂੰ। ਉਹ ਤੁਰ ਪਿਆ। ਲੋਕ ਬੜੇ ਹੈਰਾਨ ਵੀ ਕਬੀਰ ਸਾਹਿਬ ਨੇ ਕੀ ਮੰਤਰ ਪੜ੍ਹ ਦਿੱਤਾ। ਸਾਰੇ ਬਾਬੇ ਕਬੀਰ ਦੇ ਦੁਆਲੇ ਹੋ ਗਏ ਵੀ ਅਸੀਂ ਕੁੱਟ ਕੁੱਟ ਕੇ ਮਰ ਗਏ, ਸਵੇਰ ਦੇ ਉੱਠਿਆ ਨਹੀਂ, ਤੁਸੀਂ ਇਹਨੂੰ ਕੀ ਮੰਤਰ ਪੜ੍ਹਿਆ? ਫਿਰ ਬਾਬੇ ਕਬੀਰ ਨੇ ਦੱਸਿਆ ਵੀ ਇਹ ਉਹੀ ਆ ਜਿਹੜਾ ਤੁਹਾਡੇ ਚੁਬਾਰੇ 'ਚ ਰਹਿੰਦਾ ਹੁੰਦਾ ਸੀ। ਇਹਨੂੰ ਅਸੀਂ ਬਥੇਰਾ ਸਮਝਾਇਆ ਸੀ ਕਿ ਰੱਬ ਦੀ ਬੰਦਗੀ ਕਰਿਆ ਕਰ, ਉਦੋਂ ਮੰਨਿਆ ਨਹੀਂ ਤੇ ਹੁਣ ਇਹ ਵੱਛਾ ਬਣ ਕੇ ਲੇਖਾ ਤੇ ਦੇਣਾ ਹੀ ਆ। ਇੱਥੇ ਆ ਗਿਆ ਹੈ। ਉਦੋਂ ਫਿਰ ਬਾਬਾ ਕਬੀਰ ਜੀ ਨੇ ਉਹਨੂੰ ਸੰਬੋਧਨ ਕਰਕੇ ਸ਼ਬਦ ਗਾਵਿਆ ਸੀ। ਜਿਹੜੀ ਸਿੱਖਿਆ ਪਹਿਲਾਂ ਦਿੱਤੀ ਸੀ ਉਹਦਾ ਜ਼ਿਕਰ ਕੀਤਾ। ਉਹਦੇ ਵਿੱਚ ਬਾਬਾ ਕਬੀਰ ਜੀ ਨੇ ਪਹਿਲਾਂ ਸਿੱਖਿਆ ਦਿੱਤੀ ਸੀ ਕਿ ਚਾਰ ਪਾਵ, ਦੋਏ ਸਿੰਘ, ਗੁੰਗ ਮੁਖ। ਜਦੋਂ ਤੇਰੇ ਚਾਰ ਪੈਰ ਲੱਗੇ ਨਾ, ਦੋ ਸਿੰਘ ਲੱਗੇ ਸਿਰ ਤੇ ਮੂੰਹ ਤੋਂ ਗੂੰਗਾ ਹੋ ਗਿਆ ਪਸ਼ੂ, ਹੁਣ ਕਿਹੜਾ ਬੋਲਦਾ? ਤਬ ਕੈਸੇ ਗੁਣ ਗਈ ਹੈ, ਤਦੋਂ ਕਿਵੇਂ ਗੁਣ ਗਾਵੇਂਗਾ ਰੱਬ ਦੇ। ਊਠਤ ਬੈਠਤ ਠੇਗਾ ਪਰ ਹੈ, ਉੱਠਦਿਆਂ ਬਹਿੰਦਿਆਂ ਤੈਨੂੰ ਠੇਡੇ ਵੱਜਣਗੇ। ਤਬ ਕਦ ਮੂਟ ਲਗਾਈ ਹੈ, ਊਠਤ ਬੈਠਤ ਠੇਗਾ ਪਰ ਹੈ, ਉੱਠਦਿਆਂ ਬਹਿੰਦਿਆਂ ਡੰਡੇ ਵੱਜਣੇ ਆ। ਤੇ ਤਦੋਂ ਕਿੱਥੇ ਮੂੰਹ ਲੁਕਾਵੇਂਗਾ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਰੱਬ ਦੀ ਬੰਦਗੀ ਤੋਂ ਬਿਨਾਂ ਬਗਾਨੇ ਬਲਦ ਵਾਲਾ ਹਾਲ ਨਾ। ਪੁਰਾਣੇ ਬਜ਼ੁਰਗ ਜਦੋਂ ਖੇਤੀ ਬੀਜਦੇ ਸੀ, ਬਲਦ ਮੰਗਵਾ ਲਿਆਉਂਦੇ ਸੀ ਨਾ, ਤੇ ਉਹਦਾ ਫਿਰ ਤਮਾ ਤੱਕਦੇ ਹੁੰਦੇ ਸੀ ਵੀ ਕਿਸ ਦਾ ਲਿਆਦਾ ਵੱਧ ਪੈਲੀ ਵਾਓ, ਤੇ ਪੱਠੇ ਵੀ ਚਾਹੀਦੇ ਨਾ ਪਾਉਣੇ। ਆਪਣੇ ਨੂੰ ਵਧੀਆ ਪੈਂਦੇ ਨਾ, ਫਰਕ ਤੇ ਪੈ ਹੀ ਜਾਂਦਾ। ਕਹਿੰਦੇ ਨੇ ਬਗਾਨੇ ਬਲਦ ਵਾਲਾ ਹਾਲ ਹੋਣਾ, ਜਿਵੇਂ ਉਹ ਤੋਂ ਬਹੁਤਾ ਕੰਮ ਲਿਆ ਜਾਂਦਾ।
ਹਰ ਬਿਨ ਬੈਲ ਬਿਰਾਨੇ ਹੋਈ ਹੈ। ਰੱਬ ਦੀ ਬੰਦਗੀ ਤੋਂ ਬਿਨਾਂ ਬਗਾਨੇ ਬਲਦ ਵਾਲੀ ਹਾਲਤ ਹੋਣੀ ਹੈ। ਤੇ ਫਾਟੇ ਨਾਕਨ ਟੂਟੇ ਕਾਦਨ ਕੋਦਾ ਕੋ ਭੁਸ ਖਈ ਹੈ ਰਹਾਓ। ਨੱਕ ਤੇਰਾ ਪਾੜਿਆ ਹੋਣਾ, ਨੱਥ ਪਾਈ ਹੋਣੀ ਹੈ। ਕੰਧਾ ਤੇਰਾ ਉਹ ਵੀ ਟੁੱਟਾ ਹੋਣਾ ਪੰਜਾਲੀ ਦੇ ਨਾਲ। ਤੇ ਕੋਧਰੇ ਦਾ ਬਾਜਰੇ ਦਾ ਭੋ ਤੇਰੇ ਅੱਗੇ ਸੁੱਟਿਆ ਕਰਨਾ, ਚੱਜ ਦਾ ਪੱਠਾ ਵੀ ਨਹੀਂ ਪਾਉਣਾ ਤੈਨੂੰ। ਫਿਰ ਜਦੋਂ ਤੂੰ ਬੁੱਢਾ ਹੋ ਗਿਆ ਨਾ, ਉਦੋਂ ਘਰ ਵਾਲਿਆਂ ਵੀ ਤੈਨੂੰ ਬਾਹਰ ਕੱਢ ਦੇਣਾ। ਸਾਂਭਣਾ ਕਿੰਨੇ ਆ? ਛੱਡ ਦੇਣਾ ਤੈਨੂੰ ਅਵਾਰਾ। ਫਿਰ ਤੂੰ ਸਾਰਾ ਦਿਨ ਜੰਗਲ 'ਚ ਤੁਰੇ ਫਿਰਨਾ ਹੈ। ਸਾਰੋ ਦਿਨ ਡੋਲਤ ਬਨ ਮਹੀਆ ਅੱਜ ਹੋ ਨਾ ਪੇਟ ਅਗਾਈ ਹੈ। ਸਾਰਾ ਦਿਨ ਜੰਗਲ ਵਿੱਚ ਫਿਰਦਾ ਰਹੇਗਾ, ਫਿਰ ਤੇਰਾ ਪੇਟ ਨਹੀਂ ਭਰਨਾ, ਕਿਉਂਕਿ ਤੇਰੇ ਦੰਦ ਵੀ ਨਹੀਂ ਕੰਮ ਕਰਨੇ। ਉਨੀ ਖੁਰਾਕ ਤੇਰੇ ਤੋਂ ਖਾਧੀ ਨਹੀਂ ਜਾਣੀ ਜਿੰਨੀ ਤੈਨੂੰ ਚਾਹੀਦੀ ਹੈ। ਤੇਰਾ ਪੇਟ ਨਹੀਂ ਭਰਨਾ। ਜਨ ਭਗਤਨ ਕੋ ਕਹੋ ਨਾ ਮਾਨੋ ਕੀਓ ਆਪਣੋ ਪਈ ਹੈ। ਭਗਤਾਂ ਦਾ ਕਿਆ ਨਹੀਂ ਨਾ ਮੰਨਿਆ, ਹੁਣ ਪਾ ਆਪਣਾ ਕੀਤਾ। ਬਾਬਾ ਕਬੀਰ ਜੀ ਕਹਿੰਦੇ ਜਨ ਭਗਤਨ ਕੋ ਕਹੋ ਨਾ ਮਾਨੋ। ਭਗਤਾਂ ਦਾ ਕਿਹਾ ਤੂੰ ਮੰਨਿਆ ਨਹੀਂ ਸੀ, ਪਹਿਲਾਂ ਤੈਨੂੰ ਕਿਹਾ ਸੀ, ਹੁਣ ਆਪਣਾ ਕੀਤਾ ਪਾ। ਦੁੱਖ ਸੁੱਖ ਕਰਤ ਮਹਾ ਭਰਮ ਬੂਡੋ ਅਨਕ ਜੋਨ ਭਰਮਾਈ ਹੈ। ਦੁੱਖਾਂ ਸੁੱਖਾਂ ਦੇ ਵਿੱਚ ਪੈ ਕਰਕੇ ਬਹੁਤੇ ਵੱਡੇ ਭਰਮ ਵਿੱਚ ਡੁੱਬਿਆ ਰਹੇਗਾ, ਅਨੇਕਾਂ ਜੂਨਾਂ ਵਿੱਚ ਭਰਮੇਗਾ। ਰਤਨ ਜਨਮ ਖੋਇਓ ਪ੍ਰਭ ਬਿਸਰਿਓ ਇਹੋ ਅਵਸਰ ਕਤ ਪਈ ਹੈ। ਕਹਿੰਦੇ ਰਤਨਾ ਵਰਗਾ ਜਨਮ ਗਵਾ ਲਿਆ, ਪ੍ਰਭੂ ਭੁੱਲਿਆ ਰਿਹਾ। ਇਹ ਮੌਕਾ ਕਿੱਥੇ ਮਿਲਣਾ ਹੈ? ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉ ਗਤ ਬਿਨ ਰੈਣ ਬਿਹਾਈ ਹੈ। ਕਹਿੰਦੇ ਜਿਵੇਂ ਤੇਲੀ ਦੇ ਬਲਦ ਘੁੰਮਦੇ ਨਾ, ਖੋਪੇ ਚੜੇ ਹੁੰਦੇ, ਉਹਨਾਂ ਨੂੰ ਇਹੋ ਹੀ ਹੁੰਦਾ ਪਤਾ ਨਹੀਂ ਕਿੰਨੀ ਕੁ ਦੂਰ ਚਲੇ ਗਏ, ਪਰ ਖੜੇ ਉੱਥੇ ਹੀ ਰਹਿੰਦੇ ਆ। ਇਸ ਤਰ੍ਹਾਂ ਤੂੰ ਵੀ ਭਰਮ ਦਾ ਫਿਰਦਾ ਹੈ, ਮੁਕਤੀ ਤੋਂ ਬਿਨਾਂ ਹੀ ਜੀਵਨ ਲੰਘ ਗਿਆ। ਕਹਿਤ ਕਬੀਰ ਰਾਮ ਨਾਮ ਬਿਨ ਮੂੰਡ ਧੁਣੇ ਪਛਤਾਈ ਹੈ। ਕਹਿੰਦੇ ਰੱਬ ਦੇ ਨਾਮ ਤੋਂ ਬਿਨਾਂ ਸਿਰ ਹਿਲਾ ਕਰਕੇ ਪਛਤਾਵੇਂਗਾ ਕਿ ਮੈਂ ਐਵੇਂ ਹੀ ਸਮਾਂ ਲੰਘਾ ਲਿਆ। ਇਸ ਕਰਕੇ ਗੁਰਮੁਖੋ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਜਿਹੜਾ ਜੀਵਨ ਹੈ ਉਹਨੂੰ ਮਹਾਰਾਜ ਕਹਿੰਦੇ ਲਾਹਨਤਾਂ ਨੇ। ਉਹ ਸਾਡਾ ਜੀਵਨ ਵਿਅਰਥ ਹੈ, ਪਸ਼ੂ ਪੰਛੀਆਂ ਦੇ ਬਰਾਬਰ ਹੈ, ਨਿਖਿੱਧ ਜਾਨਵਰਾਂ ਦੇ ਬਰਾਬਰ। ਫਿਰ ਮਹਾਰਾਜ ਕਹਿੰਦੇ ਇਹਨਾਂ ਨਾਲ ਵੀ ਗਿਆ ਗੁਜ਼ਰਿਆ ਹੈ। ਜੀਵਨ ਉਹੀ ਸਫਲਾ ਹੈ ਜਿਹੜਾ ਅਸੀਂ ਗੁਰੂ ਦੇ ਮਤ ਅਨੁਸਾਰ, ਗੁਰੂ ਦੇ ਹੁਕਮ ਵਿੱਚ ਚੱਲ ਕਰਕੇ ਬੰਦਗੀ ਕਰਦਿਆਂ, ਸਿਮਰਨ ਕਰਦਿਆਂ ਬਤੀਤ ਕਰਾਂਗੇ। ਉਹ ਜੀਵਨ ਜਿਹੜਾ ਗੁਰੂ ਲੇਖੇ ਲਾਵੇਗਾ। ਸਤਿਗੁਰੂ ਜੀ ਕਿਰਪਾ ਕਰਨ। ਅਸੀਂ ਮਹਾਂਪੁਰਖਾਂ ਦੀ ਯਾਦ ਵਿੱਚ ਇਹ ਸਮਾਗਮ ਮਨਾ ਰਹੇ ਹਾਂ, ਅਤੇ ਸਾਡਾ ਮਨਾਇਆ ਹੋਇਆ ਸਮਾਗਮ ਤਾਂ ਸਫਲਾ ਹੈ। ਜਿਹੜੇ ਵੀਰ ਅਜੇ ਅੰਮ੍ਰਿਤ ਧਾਰੀ ਨਹੀਂ ਹੋਏ ਉਹ ਅੰਮ੍ਰਿਤ ਛਕੋ। ਜਿਨ੍ਹਾਂ ਨੇ ਕੇਸ ਦਾੜੀ ਨਹੀਂ ਰੱਖੇ ਉਹ ਕੇਸ ਦਾੜੀ ਰੱਖੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਹੋ ਨਸ਼ਿਆਂ ਦਾ ਤਿਆਗ ਕਰੋ। ਅਤੇ ਜਿਹੜੇ ਮੜੀਆਂ ਮਸਾਣਾ ਕਬਰਾਂ ਦੰਮੀਆਂ ਪਖੰਡੀਆਂ ਕੋਲ ਜਾਂਦੇ ਨੇ ਉਹ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਤਾਂ ਜੀਵਨ ਸਫਲਾ ਹੋਵੇਗਾ। ਇਤਨੀ ਸੇਵਾ ਪ੍ਰਵਾਨ ਕਰਿਓ। ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਜਨਾਂ ਦਾ ਧੰਨਵਾਦ। ਸਤਿਕਾਰਯੋਗ ਬਾਬਾ ਰੇਸ਼ਮ ਸਿੰਘ ਜੀ, ਸੋ ਵਾਹਿਗੁਰੂ ਸਤਿਕਾਰਯੋਗ ਬਾਬਾ ਸਤਨਾਮ ਸਿੰਘ ਜੀ, ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਦਾਸ ਨੂੰ ਆਪ ਜੀ ਦੇ ਦਰਸ਼ਨ ਕਰਵਾਏ। ਸਤਿਕਾਰਯੋਗ ਭਾਈ ਮੁਖਤਿਆਰ ਸਿੰਘ ਜੀ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਨੇ, ਸਟੇਜ ਸਕੱਤਰ ਦੀ, ਉਹਨਾਂ ਦਾ ਵੀ ਧੰਨਵਾਦ ਹੈ। ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਭੁੱਲਾਂ ਦੀ ਖਿਮਾ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।